ਜਦੋਂ ਬੇਅਦਬੀ ਹੋਈ ਉਦੋਂ ਦਾ ਇੱਕ ਬਹੁਤ ਵੱਡਾ ਮਨ 'ਚ ਖਟਾਸ ਪੈਦਾ ਹੋ ਗਈ ਕਿ ਜੇ ਬੇਅਦਬੀ ਕਰਾਈ ਜਾਂ ਨਹੀਂ ਕਰਾਈ ਉਹ ਤਾਂ ਆਪਾਂ ਹਾਲੇ ਤੱਕ ਉਹਦੇ ਤੱਕ ਤਹਿ ਤੱਕ ਪਹੁੰਚੇ ਨਹੀਂ, ਪਰ ਇੱਕ ਪੰਥਕ ਸਰਕਾਰ ਪੰਜਾਬ ਵਿੱਚ ਹੋਵੇ ਤੇ ਗੁਰੂ ਸਾਹਿਬ ਦੀ ਬੇਅਦਬੀ ਹੋ ਜਾਏ ਤੇ ਉਹਦੇ ਬਾਰੇ ਕੋਈ ਨਿਆਂ ਨਾ ਮਿਲੇ, ਉਦੋਂ ਦਾ ਬਹੁਤ ਜ਼ਿਆਦਾ ਡਿਫਰੈਂਸਿਸ ਪੈ ਗਏ। ਦੇਖੋ ਜੀ, ਮੈਂ ਕਿਸੇ ਪਾਰਟੀ ਨੂੰ ਛੱਡ ਕੇ ਕਿਸੇ ਦੂਜੀ ਪਾਰਟੀ 'ਚ ਨਹੀਂ ਗਿਆ। ਬੀਜੇਪੀ ਦੇ ਅਕਾਲੀ ਦਲ ਦੀ ਸਾਂਝ ਸੀਗੀ ਪਿਛਲੇ 20-25 ਸਾਲਾਂ ਦੀ, ਪਿਛਲੇ ਪੰਜਾਬ ਵਿੱਚ ਇਹਨਾਂ ਦੀ ਸਾਂਝ ਸੀਗੀ। ਇੱਕ ਪਾਰਟੀ ਦੇ ਮਤਲਬ ਇੱਕ ਪਾਰਟੀ ਵਾਂਗੂ ਹੀ ਸੀਗੇ, ਮੈਂ ਤਾਂ ਉਦੋਂ ਉਹਨਾਂ ਦੇ ਵਿੱਚ ਹੀ ਹਾਂ ਜੀ। ਦੇਖੋ, ਕਾਨੂੰਨ ਲਾਗੂ ਕੀਤੇ ਗਏ ਸੀਗੇ ਇੱਕ ਆਰਡੀਨੈਂਸ ਦੇ ਥਰੂ। ਜਦੋਂ ਆਰਡੀਨੈਂਸ ਸਾਈਨ ਹੋਈ ਉੱਥੇ ਕਿਹਨੇ ਸਾਈਨ ਕੀਤਾ ਜੀ? ਬੀਬਾ ਹਰਸਿਮਰਤ ਕੌਰ ਬਾਦਲ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਸਾਈਨ ਕੀਤਾ, ਜਿਹੜੇ 2 MP ਸੀਗੇ ਪੰਜਾਬ ਦੇ। ਅਕਾਲੀ ਦਲ ਦੇ ਮੁਖੀ ਪਰਿਵਾਰ ਚੋਂ ਇਹ ਮੈਂਬਰ ਨੇਗੇ। 3 ਮਹੀਨੇ ਇਹਨਾਂ ਨੇ ਪੂਰਾ ਜ਼ੋਰ ਲਾਇਆ ਪੰਜਾਬ ਦੇ ਆਵਾਮ ਨੂੰ ਦੱਸਣ ਵਾਸਤੇ ਕਿ ਬਿੱਲ ਚੰਗੇ ਨੇ, ਬਿੱਲ ਚੰਗੇ ਨੇ, ਬਿੱਲ ਚੰਗੇ ਨੇ। ਜ਼ਮੀਨੀ ਪੱਧਰ 'ਤੇ ਜਿਵੇਂ ਪਹਿਲਾਂ ਕਿਹਾ, ਜੋ ਇੱਥੇ ਕਾਰਖਾਨੇ ਲੱਗੇ ਨੇ ਉਹਦੇ ਨਾਲ ਜੋਬ ਕ੍ਰੀਏਸ਼ਨ ਹੁੰਦੀ ਹੈ ਜੀ। ਜਿਹੜੇ ਇੱਥੇ ਆਪਣੇ ਬੈਠੇ ਨੇਗੇ ਨੌਜਵਾਨ ਆਪਾਂ ਮਾਓ ਮਜ਼ਦੂਰ ਹੋਣ, ਜਿਨ੍ਹਾਂ ਕੋਲ ਕੋਈ ਜੋਬਸ ਨਹੀਂ ਹੈਗੀਆਂ, ਉਹ ਉੱਥੇ ਲੱਗ ਸਕਦੇ ਨੇਗੇ। ਸਾਰਾ ਕੁਛ ਬੇਰੁਜ਼ਗਾਰੀ ਨਾਲ ਕਨੈਕਟਡ ਹੈ। ਅਤੇ ਮੈਂ ਨਹੀਂ ਸਮਝਦਾ ਕਿ ਦੇਖੋ ਕਿਸੇ ਹੋਰ ਸਰਕਾਰ ਨੇ ਜੇ ਕੋਈ ਕਰਨਾ ਹੁੰਦਾ, ਚਾਹੇ ਉਹ ਨਸ਼ਿਆਂ ਦਾ ਕੰਮ ਹੋਵੇ, ਚਾਹੇ ਉਹ ਡਿਵੈਲਪਮੈਂਟ ਦਾ ਕੰਮ ਹੋਵੇ, ਚਾਹੇ ਉਹ ਲੋਕ ਸੇਵਾ ਦਾ ਕੰਮ ਹੋਵੇ, ਜੇ ਕੋਈ ਹੁਣ ਤੱਕ ਕਰਨਾ ਹੁੰਦਾ ਪੰਜਾਬ ਦੀਆਂ ਪਾਰਟੀਆਂ ਨੇ ਤਾਂ ਕਰ ਲੈਂਦੇ। ਉੱਥੇ ਪ੍ਰੋਬਲਮ ਇੱਕੋ ਹੀ ਹੈ ਜੀ, ਉਹ ਪਾਰਟੀ ਇੱਕ ਪ੍ਰਾਈਵੇਟ ਲਿਮਿਟਡ ਕੰਪਨੀ ਪਾਰਟੀ ਹੈ ਜੀ। ਉਹ ਇੱਕ ਪਰਿਵਾਰ ਦੇ ਅਧੀਨ ਚੱਲਦੀ ਹੈਗੀ, ਉਹਨਾਂ ਦਾ ਕੋਈ ਉਦੋਂ ਵੱਧ ਕੇ ਕੋਈ ਹੋਰ ਉਹਨਾਂ ਦਾ ਮਿਸ਼ਨ ਨਹੀਂ ਹੈਗਾ। ਸੋ ਮੈਨੂੰ ਨਹੀਂ ਲੱਗਦਾ ਦੁਬਾਰੇ ਇਹ ਜੇ ਦੇਖੋ ਕਾਨੂੰਨ ਬਣਦੇ ਨੇਗੇ ਲੋਕਾਂ ਦੀ ਸਹਾਇਤਾ ਕਰਨ ਵਾਸਤੇ, ਲੋਕਾਂ ਦੇ ਫਾਇਦੇ ਵਾਸਤੇ। ਜੇ ਲੋਕ ਹੀ ਉਹਦੇ ਉਲਟ ਨੇ ਤਾਂ ਕਾਨੂੰਨ ਪਾਉਣ ਦੀ ਲੋੜ ਕੀ ਹੈ ਜੀ? ਉਹਨਾਂ ਦਾ ਦਾਅਵਾ ਹੈ ਜੀ ਕਿ 21 ਲੱਖ ਉਹਨਾਂ ਨੂੰ ਫੋਨ ਮੈਸੇਜ ਵਗੈਰਾ ਆ ਗਿਆ ਜੀ। ਭਗਵੰਤ ਮਾਨ CM ਦਾ ਚਿਹਰਾ ਤੇ ਜੀ 21 ਲੱਖ ਉਹਨਾਂ ਨੂੰ ਮੈਸੇਜ ਆ ਗਿਆ, ਮਤਲਬ 21 ਲੱਖ ਵੋਟ ਤਾਂ ਪੱਕੀ ਆ ਉਹਨਾਂ ਦੇ ਦਾਅਵੇ। ਉਹਨਾਂ ਨੂੰ ਮੁਬਾਰਕ ਜੀ। ਇਹ ਤਾਂ ਦਾਅਵੇ ਤਾਂ ਲੋਕ ਬਹੁਤ ਪਾਰਟੀਆਂ, ਸਾਰੀ ਪਾਰਟੀਆਂ ਕਰਦੀਆਂ ਨੇਗੀਆਂ। ਕਚਹਿਰੀ ਲੋਕਾਂ ਦੇ ਕੋਰਟ ਵਿੱਚ ਹੈ ਤੇ ਇਹਨਾਂ ਨੇ ਆਪਦਾ ਫਤਵਾ ਦੇਣਾ 20 ਤਰੀਕ ਨੂੰ। ਆਪਾਂ ਉਦੋਂ ਬਾਅਦ ਬੈਠ ਕੇ ਫਿਰ ਗੱਲ ਕਰ ਸਕਦੇ ਹਾਂ। ਦੇਖੋ, ਲੋਕਾਂ ਨੂੰ ਪਹਿਲਾਂ ਵੀ ਪਤਾ ਸੀਗਾ ਜੀ, ਜੋ ਵੀ ਕੋਈ ਡਿਵੈਲਪਮੈਂਟ ਦਾ ਕੰਮ ਜਾਂ ਕੋਈ ਵੱਡੀਆਂ ਕਾਰਖਾਨੇ ਕੋਈ ਲਾਏ ਨੇ ਪੰਜਾਬ ਵਿੱਚ, ਤੇ ਉਹ ਹਮੇਸ਼ਾ BJP ਦੀ ਸਰਕਾਰਾਂ ਨੇ ਲਾਏ ਨੇਗੇ। ਤਾਂ ਆਪਾਂ ਇਸ ਟਾਈਮ ਤਲਵੰਡੀ ਸਾਬੋ ਦੇ ਹਲਕੇ ਵਿੱਚ ਘੁੰਮ ਰਹੇ ਹਾਂ। ਇੱਥੇ ਵੱਖੋ ਵੱਖਰੇ ਲੀਡਰਾਂ ਨੂੰ ਵੀ ਜਿਹੜੇ ਮਿਲ ਰਹੇ ਆ ਇਸ ਵਾਰ, ਕਿਉਂਕਿ ਪੰਜਾਬ ਵਿਧਾਨ ਸਭਾ ਦੀਆਂ ਜਿਹੜੀਆਂ ਚੋਣਾਂ ਹੋਣ ਜਾ ਰਹੀਆਂ ਤਾਂ ਹਰ ਹਲਕੇ ਦੇ ਵਿੱਚ ਹਰ ਇੱਕ ਪਾਰਟੀ ਜਿਹੜੀ ਆ ਉਹ ਜ਼ੋਰ ਲਗਾ ਰਹੀ ਹੈ ਜਿੱਤਣ ਦੇ ਲਈ, ਕਿਉਂਕਿ ਇੱਕ ਵੱਡਾ ਬਦਲਾਅ ਵੀ ਜਿਹੜਾ ਆ ਉਹ ਵੇਖਣ ਨੂੰ ਮਿਲ ਸਕਦਾ ਇਸ ਵਾਰ ਪੰਜਾਬ ਨੂੰ। ਕਿਉਂਕਿ ਅੱਗੇ ਵੀ ਕਈ ਵਾਰ ਵੋਟਾਂ ਪੈਂਦੀਆਂ, ਕਈ ਪਾਰਟੀਆਂ ਜਿਹੜੀਆਂ ਆ ਜਾਂਦੀਆਂ, ਪਰ ਵੱਡਾ ਬਦਲਾਅ ਨਹੀਂ ਦੇਖਣ ਨੂੰ ਮਿਲਦਾ। ਪਰ ਜਿਸ ਟਾਈਮ ਇਸ ਟਾਈਮ ਜਿਹੜਾ ਆ ਚੋਣਾਂ ਦਾ ਮੈਦਾਨ ਭਖਿਆ ਵਾ, ਵੱਖੋ ਵੱਖਰੀਆਂ ਪਾਰਟੀਆਂ ਜਿਹੜੀਆਂ ਜ਼ੋਰ ਲਗਾ ਰਹੀਆਂ, ਦਾਅਵੇ ਵੀ ਕਰ ਰਹੀਆਂ, ਵਾਅਦੇ ਵੀ ਕਰ ਰਹੀਆਂ। ਸੋ ਸਾਡੇ ਨਾਲ ਵੀਰ ਜੁੜੇ ਹੋਏ ਨੇ, ਰਵੀਪ੍ਰੀਤ ਸਿੰਘ ਸਿੱਧੂ ਜੁੜੇ ਹੋਏ ਨੇ, BJP ਤੋਂ ਉਮੀਦਵਾਰ ਨੇ। ਸੋ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਸਵਾਗਤ ਆ ਵੀਰ ਸਾਡੇ ਚੈਨਲ ਉੱਤੇ ਜੀ। ਸਤਿ ਸ਼੍ਰੀ ਅਕਾਲ ਜੀ ਅਮਨਦੀਪ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਵੀਰ। ਕਿਵੇਂ ਚੱਲਦੀ ਹੈ ਕੰਪੇਨ ਜੀ? ਬਹੁਤ ਵਧੀਆ ਚੱਲ ਰਹੀ ਹੈ ਜੀ ਕੈਂਪੇਨ ਜੀ। ਕਿਵੇਂ ਲੋਕਾਂ ਦਾ ਰਿਸਪੌਂਸ ਕਿਵੇਂ ਦਾ ਆ ਰਿਹਾ ਹੈ ਜੀ? ਦੇਖੋ, ਰਿਸਪੌਂਸ ਪਹਿਲਾਂ ਤਾਂ ਮੈਂ ਵੀ ਝੂਠ ਬੋਲਾਂ, ਪਹਿਲਾਂ ਤਾਂ ਰਿਸਪੌਂਸ ਹੈ ਨਹੀਂ ਸੀਗਾ ਜੀ, ਪਰ ਆ ਪਿਛਲੇ 4-5 ਦਿਨ ਤੋਂ ਬਾਬਾ ਜੀ ਦੀ ਮਿਹਰ ਨਾਲ, ਗੁਰੂ ਮਹਾਰਾਜ ਦੀ ਮਿਹਰ ਨਾਲ ਬਹੁਤ ਵਧੀਆ ਰਿਸਪੌਂਸ ਮਿਲ ਰਿਹਾ ਹੈਗਾ। ਕਾਫੀ ਲੋਕ ਜੁਆਇਨ ਵੀ ਕਰ ਰਹੇ ਨੇ ਤੇ ਮੁਹਿੰਮ ਹੁਣ ਪੂਰੇ ਜ਼ੋਰਾਂ ਸ਼ੋਰਾਂ ਤੇ ਹੈ ਜੀ। ਜੀ ਬਾਈ ਜੀ, ਦੇਖੀਏ ਤਾਂ ਕਿਸਾਨੀ ਅੰਦੋਲਨ ਦੇ ਰਹਿੰਦੇ ਆ ਕਾਫੀ ਹਾਲਾਤ ਜਿਹੜੇ ਆ BJP ਦੇ ਪੰਜਾਬ ਦੇ ਵਿੱਚ ਪੈਰ ਲਗਾਉਣੇ ਮੁਸ਼ਕਲ ਦਿਖਦੇ ਸੀਗੇ, ਤੇ ਹੁਣ ਕਿਸ ਤਰ੍ਹਾਂ ਪੈਰ ਟਿਕਾਏ ਜਾ ਰਹੇ ਨੇ? ਕਿਸ ਤਰ੍ਹਾਂ ਦਾ ਆਸ਼ਵਾਸਨ ਦਿੱਤਾ ਜਾ ਰਿਹਾ? ਲੋਕਾਂ ਨੂੰ ਭਰੋਸੇ 'ਚ ਕਿਵੇਂ ਲੈ ਰਹੇ ਹੋ ਜੀ? ਦੇਖੋ, ਲੋਕਾਂ ਨੂੰ ਪਹਿਲਾਂ ਵੀ ਪਤਾ ਸੀਗਾ ਜੀ, ਜੋ ਵੀ ਕੋਈ ਡਿਵੈਲਪਮੈਂਟ ਦਾ ਕੰਮ ਜਾਂ ਕੋਈ ਵੱਡੀਆਂ ਕਾਰਖਾਨੇ ਕੋਈ ਲਾਏ ਨੇ ਪੰਜਾਬ ਵਿੱਚ, ਤੇ ਉਹ ਹਮੇਸ਼ਾ BJP ਦੀ ਸਰਕਾਰਾਂ ਨੇ ਲਾਏ ਨੇਗੇ। ਤੇ ਇਹ ਕਿਸਾਨਾਂ ਦਾ ਅੰਦੋਲਨ ਵਿੱਚ ਜਿਹੜੇ ਕਾਲੇ ਕਾਨੂੰਨ ਸੀਗੇ ਉਹਦੇ ਕਰਕੇ ਮੁਖਾਲਫਤ ਜ਼ਰੂਰ ਸੀਗੀ ਪਾਰਟੀ ਦੀ, ਪਰ ਜਦੋਂ ਉਹ ਕਾਨੂੰਨ ਵਾਪਸ ਲਏ ਗਏ ਤੇ ਸਾਰੀਆਂ ਸ਼ਰਤਾਂ ਮੰਨੀਆਂ ਗਈਆਂ, ਪ੍ਰਧਾਨ ਮੰਤਰੀ ਸਾਹਿਬ ਨੇ ਵੱਡਾ ਦਿਲ ਦਿਖਾ ਕੇ ਮਾਫੀ ਵੀ ਮੰਗੀ, ਤੇ ਉਦੋਂ ਦੇ ਜਿਹੜੇ ਆਪਣੇ ਸਾਡੇ ਰਿਫਾਈਨਰੀ ਹੈ ਜਾਂ ਬਣਾ ਵਾਲੀ ਥਰਮਲ ਹੈ ਜਾਂ ਏਮਜ਼ ਹੈ, ਲੋਕਾਂ ਨੂੰ ਜ਼ਮੀਨੀ ਪੱਧਰ 'ਤੇ ਪਤਾ ਹੈਗਾ ਵੀ ਜੇ ਕੋਈ ਪਾਰਟੀ ਨੇ ਕਿਸੇ ਵੀ ਪਾਰਟੀ ਨੇ ਪੰਜਾਬ ਵਾਸਤੇ ਕੋਈ ਡਿਵੈਲਪਮੈਂਟ ਦਾ ਕੰਮ ਜਾਂ ਕੋਈ ਆਪਦੇ ਮਨ 'ਚ ਰੱਖੀ ਹੈ, ਪੰਜਾਬ ਪੱਖੀ ਗੱਲ ਰੱਖੀ ਹੈਗੀ, ਤਾਂ ਉਹ BJP ਨੇ ਰੱਖੀ ਹੈ। ਸੋ ਇਹ ਗੱਲਾਂ ਨੂੰ ਦੇਖ ਕੇ
ਹੌਲੀ ਹੌਲੀ ਨਾਲੇ ਮੈਂ ਲੋਕਲ ਬੰਦਾ ਜੀ, ਮੈਂ ਤਲਵੰਡੀ ਸਾਬੋ ਦਾ ਜੰਪਲ ਹਾਂ, ਇੱਥੇ ਰਹਿਣ ਵਾਲਾ ਹੈਗਾ। 13 ਸਾਲ ਮੈਨੂੰ ਹੋ ਗਏ ਇੱਥੇ ਕੰਮ ਕਰਦਿਆਂ ਨੂੰ। ਸੋ ਮੇਰੇ ਮੂੰਹ ਨੂੰ ਵੀ ਪਲੱਸ ਜਿਹੜੀਆਂ ਬੀਜੇਪੀ ਦੀਆਂ ਪੁਅਰ ਪਾਲਿਸੀਜ਼ ਨੇਗੀਆਂ ਉਹਨਾਂ ਨੂੰ ਦੇਖ ਦੇਖ ਕੇ ਬਹੁਤ ਬੰਦੇ ਜੁੜੀ ਜਾ ਰਹੇ ਨੇ ਪਾਰਟੀ ਨਾਲ ਜੀ। ਤੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਵੀ ਤੁਸੀਂ ਰਹੇ ਹੋ, ਤਾਂ ਕਿਸ ਤਰ੍ਹਾਂ ਦਾ ਸਮਾਂ ਬੀਤਿਆ, ਕਿਸ ਤਰ੍ਹਾਂ ਦਾ ਤਜਰਬਾ ਉੱਥੋਂ ਮਿਲਿਆ ਜੀ? ਤਜਰਬਾ ਤਾਂ ਜ਼ਰੂਰ ਮਿਲਿਆ ਜੀ। ਦੇਖੋ ਤੁਸੀਂ ਜਿਹੜੇ ਮਰਜ਼ੀ ਪਾਰਟੀ 'ਚ ਰਹੋ, ਤਜਰਬਾ ਤਾਂ ਚੰਗਾ ਗੰਦਾ ਇਹ ਤੁਹਾਨੂੰ ਚੂਜ਼ ਕਰਨਾ ਪੈਂਦਾ ਹੈਗਾ। ਤੇ ਬਹੁਤ ਤਜਰਬਾ ਮਿਲਿਆ ਉੱਥੇ ਕੰਮ ਕਰਕੇ। ਤੇ ਉੱਥੇ ਪ੍ਰੋਬਲਮ ਇੱਕੋ ਹੀ ਹੈ ਜੀ, ਉਹ ਪਾਰਟੀ ਇੱਕ ਪ੍ਰਾਈਵੇਟ ਲਿਮਿਟਡ ਕੰਪਨੀ ਪਾਰਟੀ ਹੈ ਜੀ। ਉਹ ਇੱਕ ਪਰਿਵਾਰ ਦੇ ਅਧੀਨ ਚੱਲਦੀ ਹੈਗੀ। ਉਹਨਾਂ ਦਾ ਕੋਈ ਉਦੋਂ ਵੱਧ ਕੇ ਕੋਈ ਹੋਰ ਉਹਨਾਂ ਦਾ ਮਿਸ਼ਨ ਨਹੀਂ ਹੈਗਾ। ਸੋ ਇੱਥੇ ਮੈਂ ਸਮਝਦਾ ਗਾ ਬੀਜੇਪੀ ਨੂੰ ਤੁਸੀਂ ਦੇਖ ਲਓ, ਇੱਥੇ ਕੋਈ ਪਰਿਵਾਰਵਾਦ ਨਹੀਂ ਹੈਗਾ। ਜਿਵੇਂ ਆਪਾਂ ਕਹਿੰਦੇ ਸੀਗੇ ਵੀ ਮੋਦੀ ਸਾਹਿਬ ਬਾਰੇ ਵੀ ਪਿਛੋਕੜ ਉਹਨਾਂ ਦਾ ਕੁਝ ਵੀ ਨਹੀਂ ਸੀਗਾ, ਤੇ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਨੇ। ਸੋ ਇਹ ਮੌਕਾ ਸਿਰਫ ਤੇ ਸਿਰਫ ਬੀਜੇਪੀ 'ਚ ਮਿਲਦਾ ਗਾ। ਤੇ ਹੁਣ ਸਾਡਾ ਵੀ ਤੁਸੀਂ ਦੇਖ ਲਓ, ਮੈਨੂੰ 13 ਸਾਲ ਅਕਾਲੀ ਦਲ 'ਚ ਕੰਮ ਕਰਦਿਆਂ ਨੂੰ ਹੋ ਗਿਆ। ਅੱਜ ਤੱਕ ਮੈਨੂੰ ਜਿੱਥੇ ਪਹਿਲੇ ਦਿਨ ਸੀਗੇ ਉੱਥੇ ਹੀ ਆ ਜਾਏਂਗੇ। ਜਦੋਂ ਮੈਂ ਬੀਜੇਪੀ ਪਾਰਟੀ ਜੁਆਇਨ ਕੀਤੀ, ਉਹਨਾਂ ਨੇ ਮੇਰਾ ਕੰਮ ਦੇਖਿਆ, ਮੇਰਾ ਕੋਈ ਰਿਸ਼ਤੇਦਾਰੀ ਨਹੀਂ ਦੇਖੀ ਉਹਨਾਂ ਨੇ, ਮੈਂ ਕਿਸੇ ਦਾ ਪੁੱਤ ਹਾਂ ਜਾਂ ਕਿਸੇ ਦਾ ਰਿਸ਼ਤੇਦਾਰ ਹਾਂ। ਉਹਨਾਂ ਨੇ ਮੇਰਾ ਕੰਮ ਦੇਖਿਆ ਤੇ ਮੈਨੂੰ ਟਿਕਟ ਦਿੱਤੀ ਜੀ। ਪਰ ਉਹ ਪ੍ਰਵਾਦਵਾਦ ਦੀ ਆਪਾਂ ਜੇ ਗੱਲ ਪਹਿਲਾਂ ਵਾਲੀ ਗੱਲ ਤੇ ਆ ਜਾਂਦੇ ਆ ਸ਼੍ਰੋਮਣੀ ਅਕਾਲੀ ਦਲ ਦੀ, ਤਾਂ ਪਹਿਲਾਂ ਨਹੀਂ ਇਸ ਤਰ੍ਹਾਂ ਕੁਝ ਲੱਗਿਆ ਕਿ ਇਸ ਤਰ੍ਹਾਂ ਪਹਿਲਾਂ ਵੀ ਚੱਲ ਰਿਹਾ, ਇਹਦਾ ਕੋਈ ਵਿਰੋਧ ਕਰਨਾ ਚਾਹੀਦਾ ਜਾਂ ਸਾਨੂੰ ਇਹ ਗੱਲਾਂ ਸਾਹਮਣੇ ਆਉਣੀਆਂ ਚਾਹੀਦੀਆਂ? ਕਿਉਂਕਿ ਇਹਦੇ ਨਾਲ ਜੇ ਗੱਲ ਕਰ ਲਈਏ ਆਮ ਲੋਕ ਜਿਹੜੇ ਆ ਉਹਨਾਂ ਦਾ ਕਹਿ ਸਕਦੇ ਆ ਕਿ ਉਹਨਾਂ ਦੇ ਨਾਲ ਧੋਖਾ ਵੀ ਇੱਕ ਸਿੱਧੇ ਤਰੀਕੇ ਨਾਲ ਕਹਿ ਸਕਦੇ ਅਗਰ ਇਸ ਤਰ੍ਹਾਂ ਹੋ ਰਿਹਾ ਜੀ। ਸੱਚ ਗੱਲ ਹੈ ਜੀ? ਨਹੀਂ, ਸੱਚ ਗੱਲ ਹੈ ਜੀ। ਹੁਣ ਇੱਥੇ ਤਲਵੰਡੀ ਸਾਬੋ ਦਾ ਕੋਈ ਉਹਨਾਂ ਨੂੰ ਬੰਦਾ ਹੀ ਨਹੀਂ ਲੱਭਿਆ। 25 ਸਾਲ ਹੋ ਗਏ ਮੈਨੂੰ ਦੇਖਦਿਆਂ ਨੂੰ। ਤਲਵੰਡੀ ਸਾਬੋ ਦਾ MLA ਤਲਵੰਡੀ ਸਾਬੋ ਦੇ ਬਾਹਰਲੇ ਏਰੀਏ ਤੋਂ ਬਣਦਾ ਗਾ। ਸੋ ਮਤਲਬ ਇਹ ਤਾਂ ਬਹੁਤ ਕਲੀਅਰ ਹੈ ਕਿ ਅਕਾਲੀ ਦਲ ਨੂੰ ਕੋਈ ਤਲਵੰਡੀ ਸਾਬੋ ਦਾ ਬੰਦਾ ਹੀ ਨਹੀਂ ਲੱਭਿਆ ਪਿਛਲੇ 25 ਸਾਲ 'ਚ ਇੱਥੇ ਟਿਕਟ ਦੇਣ ਵਾਸਤੇ। ਤੇ ਹਾਲਾਂਕਿ ਅਸੀਂ ਇੱਥੇ ਸੀਗੇ, ਉਹਨਾਂ ਨੇ ਸਾਨੂੰ ਭੇਜਿਆ ਸੀਗਾ, ਉਹਨਾਂ ਨੇ ਸਾਡੇ ਤੋਂ ਇੱਥੇ ਕੰਮ ਕਰਾਇਆ ਸੀਗਾ, ਤੇ ਫਿਰ ਵੀ ਅਸੀਂ ਨਹੀਂ ਦੇਖੇ। ਤੇ ਸੀਗਾ ਜੀ, ਦੇਖੋ ਇਟਸ ਨਾਟ ਐ ਨਹੀਂ ਹੁੰਦਾ ਗਾ ਕਿ ਤੁਸੀਂ ਇੱਕ ਦਿਨ, ਇਹ ਹੌਲੀ ਹੌਲੀ ਹੁੰਦਾ ਗਾ ਕੰਮ। ਪਿਛਲੇ ਕਈ ਸਾਲਾਂ ਦੇ ਅਸੀਂ ਮਹਿਸੂਸ ਕਰ ਰਹੇ ਹਾਂ, ਘੁੱਟਣ ਮਹਿਸੂਸ ਕਰ ਰਹੇ ਹਾਂ। ਤੇ ਜਦੋਂ ਐਂਡ 'ਚ ਦੇਖੋ, ਆਪਾਂ ਸਾਰੇ ਗੁਰੂ ਸਾਹਿਬ ਨੂੰ ਮੰਨਣ ਵਾਲੇ ਬੰਦੇ ਆ, ਆਪਾਂ ਸਿੱਖ ਹੈ। ਤੇ ਜਦੋਂ ਬੇਅਦਬੀ ਹੋਈ, ਉਦੋਂ ਦਾ ਇੱਕ ਬਹੁਤ ਵੱਡਾ ਮਨ 'ਚ ਖਟਾਸ ਪੈਦਾ ਹੋ ਗਈ ਕਿ ਜੇ ਬੇਅਦਬੀ ਕਰਾਈ ਜਾਂ ਨਹੀਂ ਕਰਾਈ, ਉਹ ਤਾਂ ਆਪਾਂ ਹਾਲੇ ਤੱਕ ਉਹਦੇ ਤੱਕ ਤਹਿ ਤੱਕ ਪਹੁੰਚੇ ਨਹੀਂ। ਪਰ ਇੱਕ ਪੰਥਕ ਸਰਕਾਰ ਪੰਜਾਬ ਵਿੱਚ ਹੋਵੇ ਤੇ ਗੁਰੂ ਸਾਹਿਬ ਦੀ ਬੇਅਦਬੀ ਹੋ ਜਾਏ ਤੇ ਉਹਦੇ ਬਾਰੇ ਕੋਈ ਨਿਆਂ ਨਾ ਮਿਲੇ, ਤੇ ਉਦੋਂ ਦਾ ਬਹੁਤ ਜ਼ਿਆਦਾ ਡਿਫਰੈਂਸਿਸ ਪੈ ਗਏ। ਬਿਲਕੁਲ ਜੀ। ਤੇ ਕੰਪੀਟੀਸ਼ਨ ਕਿਹੜੀ ਪਾਰਟੀ ਨਾਲ ਦੇਖ ਰਹੇ ਹੋ? ਲਾਸਟ ਟਾਈਮ ਜੇ ਗੱਲ ਕਰ ਲਈਏ, ਆਮ ਆਦਮੀ ਪਾਰਟੀ ਬੇਸ਼ੱਕ ਪੰਜਾਬ ਵਿੱਚੋਂ 22 ਸੀਟਾਂ ਲੈ ਗਈ ਸੀ, ਤਾਂ ਤਲਵੰਡੀ ਸਾਬੋ ਵਿੱਚੋਂ ਵੀ ਇੱਕ ਸੀਟ ਜਿਹੜੀ ਉਹਨਾਂ ਨੇ ਜਿੱਤੀ ਸੀਗੀ। ਤਾਂ ਇਸ ਵਾਰ ਕੰਪੀਟੀਸ਼ਨ ਕਿੰਨਾ ਕੁ ਹਾਰਡ ਦੇਖ ਰਹੇ ਹੋ ਜੀ? ਬਿਲਕੁਲ ਹਾਰਡ ਹੈ ਜੀ। ਤਲਵੰਡੀ ਸਾਬੋ ਦੀ ਸੀਟ ਦਾ ਤਾਂ ਬਿਲਕੁਲ ਹੀ ਤੁਹਾਨੂੰ ਪਤਾ ਹੈ, ਹਿਸਟਰੀ ਵੀ ਤੁਸੀਂ ਕੱਢ ਲਓ, ਕੰਪੀਟੀਸ਼ਨ ਸਭ ਤੋਂ ਜ਼ਿਆਦਾ ਤਲਵੰਡੀ ਸਾਬੋ ਦੀ ਸੀਟ 'ਤੇ ਹੁੰਦਾ ਹੈਗਾ ਜੀ। ਤੇ ਐਤਕੀ ਵੀ ਦੇਖੋ, ਸਰਦਾਰ ਜੀਤ ਮਹਿੰਦਰ ਸਿੰਘ ਸਿੱਧੂ 4 ਵਾਰੀ MLA ਬਣ ਚੁੱਕੇ ਨੇ। ਬੀਬੀ ਬਲਜਿੰਦਰ ਕੌਰ 3 ਇਲੈਕਸ਼ਨਾਂ ਲੜ ਕੇ ਸਿਟਿੰਗ MLA ਹੈ। ਜਟਾਣਾ ਸਾਹਿਬ ਦੀ ਰੂਲਿੰਗ ਪਾਰਟੀ ਹੈ, ਕਾਂਗਰਸ ਪਾਰਟੀ। ਸੋ ਆਪਦਾ ਹਰੇਕ ਦਾ ਆਪਦਾ ਜ਼ੋਰ ਹੈਗਾ, ਆਪਦਾ ਪਲੱਸ ਮਾਈਨਸ ਪੁਆਇੰਟ ਹੁੰਦੇ ਨੇ, ਤੇ ਕੰਪੀਟੀਸ਼ਨ ਤਾਂ ਸਾਰਿਆਂ ਨਾਲ ਹੀ ਹੈ ਜੀ। ਤੇ ਜੇ ਆਪਾਂ, ਤੁਸੀਂ ਪਹਿਲਾਂ ਬੇਅਦਬੀ ਬਾਰੇ ਗੱਲ ਕੀਤੀ, ਬੇਅਦਬੀਆਂ ਮੁੱਦਿਆਂ ਨੂੰ ਲੈ ਕੇ ਗੱਲ ਕਰ ਲਈਏ ਜਾਂ ਨਸ਼ਿਆਂ ਦੇ ਮੁੱਦਿਆਂ ਨੂੰ ਲੈ ਕੇ ਗੱਲ ਕਰ ਲਈਏ, ਬਿਕਰਮਜੀਤ ਸਿੰਘ ਮਜੀਠੀਆ ਵੀ ਕਿਤੇ ਨਾ ਕਿਤੇ ਉਸ ਦੇ ਸੰਪਰਕ 'ਚ ਆ ਰਹੇ ਤੇ ਕਾਂਗਰਸ ਨੇ ਕਾਰਵਾਈ ਵੀ ਉਹਦੇ ਪਰ ਕੀਤੀ, ਤਾਂ ਉਸ ਨੂੰ ਲੈ ਕੇ ਜਿਹੜੇ ਆ ਲਗਾਤਾਰ ਕਾਂਗਰਸ ਜਿਹੜੀ ਆ ਉਹ ਅਕਾਲੀ ਦਲ 'ਤੇ ਕਾਰਵਾਈ ਕਰ ਰਹੀ ਸੀ, ਤਾਂ ਉਸ ਨੂੰ ਤੁਸੀਂ ਕਿੰਨਾ ਕੁ ਸਹੀ ਮੰਨ ਰਹੇ? ਕਿਉਂਕਿ ਕਈ ਪਾਰਟੀਆਂ ਤਾਂ ਆਮ ਆਦਮੀ ਪਾਰਟੀ ਜਿਵੇਂ ਕਹਿ ਦਿੰਦੀ ਹੈ, ਕਹਿੰਦੇ ਕਾਂਟੋ ਕਲੇਸ਼ ਖੇਡ ਰਹੇ ਆ ਸਿਰਫ, ਵੈਸੇ ਆਪਸ ਵਿੱਚ ਇਹਨਾਂ ਦੀ ਰਲੀ ਮਿਲੀ ਭੁਗਤ ਹੈਗੀ ਹੈ ਜੀ। ਦੇਖੋ ਜੀ, ਜਿਹੜਾ ਨਸ਼ਿਆਂ ਦਾ ਮੁੱਦਾ ਹੈ ਉਹ ਬੜਾ ਸੀਰੀਅਸ ਮੁੱਦਾ ਹੈਗਾ। ਪੰਜਾਬ ਦੇ ਯੂਥ ਨੂੰ, ਜਿਨ੍ਹਾਂ ਨੂੰ ਨਸ਼ਿਆਂ ਦੀ ਲੱਤ ਲੱਗੀ ਹੋਈ ਹੈਗੀ, ਉਹ ਬਹੁਤ ਸੀਰੀਅਸ ਮੁੱਦਾ ਹੈਗਾ। ਬੇਰੁਜ਼ਗਾਰੀ ਕਰਕੇ ਮੇਨ ਮੁੱਦਾ ਜੋ ਪੰਜਾਬ 'ਚ ਹੈਗਾ ਉਹ ਬੇਰੁਜ਼ਗਾਰੀ ਦਾ ਮੁੱਦਾ ਹੈਗਾ। ਉਹਦੇ ਨਾਲ ਹੀ ਰਿਲੇਟਡ ਬਾਕੀ ਦੇ ਮੁੱਦੇ ਨੇ, ਭਾਵੇਂ ਉਹ ਨਸ਼ਿਆਂ ਦਾ ਹੋਵੇ, ਭਾਵੇਂ ਉਹ ਕੋਈ ਕ੍ਰਾਈਮ ਦਾ ਹੋਵੇ, ਸਾਰਾ ਕੁਝ ਬੇਰੁਜ਼ਗਾਰੀ ਨਾਲ ਕਨੈਕਟਡ ਹੈ। ਤੇ ਮੈਂ ਨਹੀਂ ਸਮਝਦਾ ਕਿ ਦੇਖੋ ਕਿਸੇ ਹੋਰ ਸਰਕਾਰ ਨੇ ਜੇ ਕੋਈ ਕਰਨਾ ਹੁੰਦਾ, ਚਾਹੇ ਉਹ ਨਸ਼ਿਆਂ ਦਾ ਕੰਮ ਹੋਵੇ, ਚਾਹੇ ਉਹ ਡਿਵੈਲਪਮੈਂਟ ਦਾ ਕੰਮ ਹੋਵੇ, ਚਾਹੇ ਉਹ ਲੋਕ ਸੇਵਾ ਦਾ ਕੰਮ ਹੋਵੇ, ਜੇ ਕੋਈ ਹੁਣ ਤੱਕ ਕਰਨਾ ਹੁੰਦਾ ਪੰਜਾਬ ਦੀਆਂ ਪਾਰਟੀਆਂ ਨੇ ਤੇ ਕਰ ਲੈਂਦੇ। ਤੇ ਪੰਜਾਬ ਦੇ ਉੱਤੇ ਕਰਜ਼ਾ ਚੜਿਆ ਹੋਇਆ ਜੀ 3.5 ਲੱਖ ਕਰੋੜ ਦਾ, ਤੇ ਉਹ ਕਰਜ਼ੇ ਦੇ ਥੱਲੇ ਦਬ ਕੇ ਹਰੇਕ ਪਾਰਟੀ ਕੁਝ ਵੀ ਨਹੀਂ ਕਰ ਸਕਦੀ। ਸੋ ਓਨਲੀ ਮੈਂ ਸਮਝਦਾ ਕਿ ਇਕੱਲਾ ਇੱਕ ਸੈਂਟਰ ਹੈਗਾ, ਉਹ ਭਾਵੇਂ ਸੈਂਟਰ 'ਚ ਕੋਈ ਵੀ ਪਾਰਟੀ ਹੋਵੇ,
ਸੈਂਟਰ ਨਾਲ ਪੰਜਾਬ ਨੂੰ ਜੁੜਨਾ, ਬੀਇੰਗ ਅ ਬਾਰਡਰ ਸਟੇਟ, ਇੱਕ ਤਾਂ ਸਿਕਿਉਰਿਟੀ ਦਾ ਬੜਾ ਵੱਡਾ ਇਸ਼ੂ ਹੈਗਾ। ਉੱਪਰੋਂ ਪੰਜਾਬ 1 ਨੰਬਰ ਦਾ ਸੂਬਾ ਹੁੰਦਾ ਸੀ, ਅੱਜ 29ਵੇਂ ਨੰਬਰ 'ਤੇ ਹੈ। ਸੋ ਆਪਾਂ ਨੂੰ ਸੈਂਟਰ ਨਾਲ ਰਲ ਮਿਲ ਕੇ, ਕਿਉਂਕਿ ਉਹ ਦੇਖੇ ਕੰਮ ਕੀਤੇ ਹੋਏ ਨੇ, ਜ਼ਮੀਨੀ ਪੱਧਰ 'ਤੇ ਕੰਮ ਪਹਿਲਾਂ ਕੀਤੇ ਹੋਏ ਨੇ ਸੈਂਟਰ ਬੀਜੇਪੀ ਦੀ ਪਾਰਟੀ ਨੇ ਖਾਸ ਕਰਕੇ। ਸੋ ਆਪਾਂ ਨੂੰ ਸੈਂਟਰ ਤੋਂ ਬਗੈਰ ਗਤੀ ਨਹੀਂ ਹੈ ਜੀ ਪੰਜਾਬ ਦੀ। ਜੀ ਵੈਸੇ ਜੇ ਸਿਕਿਉਰਿਟੀ ਦੀ ਤੁਸੀਂ ਗੱਲ ਕੀਤੀ, ਸਿਕਿਉਰਿਟੀ ਨੂੰ ਲੈ ਕੇ ਦੇਖੀਏ ਤਾਂ ਸੈਂਟਰ ਦੇ ਵਿੱਚ ਹੀ ਬੀਜੇਪੀ ਸਰਕਾਰ ਹੈਗੀ, ਲੱਗਦਾ ਨਹੀਂ ਵੇ ਸਿਕਿਉਰਿਟੀ 'ਚ ਕਿਤੇ ਕਮੀ ਹੈ ਜੀ? ਲੱਗਦਾ ਜੀ ਨਹੀਂ, ਸਿਕਿਉਰਿਟੀ ਦੀ ਕਮੀ ਨਹੀਂ ਹੈ ਜੀ, ਪਰ ਜੇ ਸੈਂਟਰ ਦੀ ਸਰਕਾਰ ਜਿਵੇਂ ਹੁਣ ਬੀਜੇਪੀ ਦੀ ਹੈ, ਇੱਕ ਬਹੁਤ ਮਜ਼ਬੂਤ ਸਥਿਤੀ ਵਿੱਚ ਹੈਗੇ ਸੈਂਟਰ ਵਿੱਚ, ਤੇ ਉਹ ਡਿਸੀਜਨਸ ਲੈ ਸਕਦੇ ਨੇਗੇ ਸਿਕਿਉਰਿਟੀ ਦੇ ਪੱਖ ਵਿੱਚ ਵੀ। ਜੇ ਕੋਈ ਕਮਜ਼ੋਰ ਸਰਕਾਰ ਹੋਵੇ, ਜਿਵੇਂ ਪਹਿਲਾਂ ਆਪਾਂ ਦੇਖਿਆ ਹੈਗਾ ਕਾਂਗਰਸ ਦੀ ਸਰਕਾਰ ਸੀਗੀ, 10 ਸਾਲ ਕਾਂਗਰਸ ਦੀ ਸਰਕਾਰ ਰਹੀ ਹੈ, ਕਿੰਨੀ ਵਾਰੀ ਅੱਤਵਾਦੀਆਂ ਨੇ ਪੰਜਾਬ ਵਿੱਚ ਜੰਮੂ ਕਸ਼ਮੀਰ ਵਿੱਚ ਅਟੈਕ ਕੀਤਾ ਹੈਗਾ, ਤੇ ਕੋਈ ਜਵਾਬ ਨਹੀਂ ਦਿੱਤਾ ਭਾਰਤ ਸਰਕਾਰ ਨੇ। ਜਦੋਂ ਦੇ ਮੋਦੀ ਸਾਹਿਬ ਬਣੇ ਨੇਗੇ ਪ੍ਰਧਾਨ ਮੰਤਰੀ, 2 ਅਟੈਕਸ ਹੋਏ ਨੇ, ਦੋਨੋਂ ਵਾਰੀ ਆਪਾਂ ਪਾਕਿਸਤਾਨ ਦੇ ਅੰਦਰ ਜਾ ਕੇ ਉਹਨਾਂ ਦੇ ਟੈਰਰਿਸਟ ਕੈਂਪਸ ਨੂੰ ਆਪਾਂ ਡਿਸਟਰੋਏ ਕੀਤਾ ਹੈਗਾ। ਸੋ ਇੱਕ ਮੈਂ ਸਮਝਦਾ ਬਹੁਤ ਪਹਿਲੀ ਵਾਰੀ ਮੇਰੇ ਯਾਦਦਾਸ਼ਤ ਤਾਂ ਪਹਿਲੀ ਵਾਰੀ ਹੋਇਆ ਇਹੋ ਜਿਹਾ ਵੀ ਕੋਈ ਕਿਸੇ ਪ੍ਰਾਈਮ ਮਿਨਿਸਟਰ ਨੇ ਇਹੋ ਜਿਹਾ ਜੁਰਤ ਦਿਖਾਈ ਹੈਗੀ। ਸੋ ਚੰਗਾ ਹੈ ਜੀ ਫॉर ਇੰਡੀਆ। ਤੇ ਜਦੋਂ ਤੁਸੀਂ ਬੀਜੇਪੀ 'ਚ ਗਏ ਹੋ, ਬੀਜੇਪੀ 'ਚ ਤੁਸੀਂ ਗਏ ਜਾਂ ਉਹਨਾਂ ਦੇ ਕੋਈ ਨੁਮਾਇੰਦੇ ਤੁਹਾਡੇ ਨਾਲ ਗੱਲਬਾਤ ਕਰਨ ਦੇ ਲਈ ਆਏ ਜੀ? ਨਹੀਂ, ਉਹਨਾਂ ਨੇ ਸਾਨੂੰ ਅਪਰੋਚ ਕੀਤਾ ਸੀਗਾ ਜੀ, ਕਿਉਂਕਿ ਇਲੈਕਸ਼ਨ ਟਾਈਮ ਸੀਗਾ। ਜਿਵੇਂ ਮੈਂ ਪਹਿਲਾਂ ਕਿਹਾ ਕਿ ਮੇਰਾ ਇਸ ਹਲਕੇ ਵਿੱਚ ਪਿਛਲੇ 13 ਸਾਲ ਦਾ ਮੇਰਾ ਸਮਾਜ ਸੇਵੀ ਦਾ ਇੱਕ ਐਜ਼ ਅ ਸਮਾਜ ਸੇਵੀ ਮੈਂ ਕੰਮ ਕਰ ਰਿਹਾਗਾ, ਤੇ ਉਹਨਾਂ ਨੇ ਸਾਨੂੰ ਅਪਰੋਚ ਕੀਤਾ, ਤੇ ਫਿਰ ਅੱਗੇ ਗੁਰੂ ਮਹਾਰਾਜ ਦੀ ਬਖਸ਼ਿਸ਼ ਹੋਈ ਜੀ। ਹੋਰ ਵੀ ਪਾਰਟੀਆਂ ਤੋਂ ਆਫਰ ਆਏ, ਕਾਂਗਰਸ ਨੇ ਵੀ ਤੁਹਾਡੇ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਜਾਂ ਆਮ ਆਦਮੀ ਪਾਰਟੀ ਨੇ? ਨਹੀਂ, ਮੇਰੀ ਕਾਂਗਰਸ ਨਾਲ ਤਾਂ ਕੋਈ ਗੱਲ ਨਹੀਂ ਹੋਈ ਜੀ। ਪਹਿਲਾਂ ਥੋੜ੍ਹੀ ਦੇਰ ਆਮ ਆਦਮੀ ਪਾਰਟੀ ਨਾਲ ਜ਼ਰੂਰ ਗੱਲਬਾਤ ਚੱਲ ਰਹੀ ਸੀਗੀ, ਪਰ ਉਹ ਸਿਰੇ ਨਹੀਂ ਚੜ੍ਹੀ ਜੀ। ਤੇ ਜੇ ਮਾਡਲਸ ਦੀ ਗੱਲ ਕਰ ਲਈ, ਆਮ ਆਦਮੀ ਪਾਰਟੀ ਵੀ ਕਹਿੰਦੇ ਨਵਾਂ ਪੰਜਾਬ ਸਿਰਜਾਂਗੇ, ਬੀਜੇਪੀ ਵੀ ਕਹਿੰਦੀ ਨਵਾਂ ਪੰਜਾਬ ਸਿਰਜਾਂਗੇ, ਹੈ ਨਾ ਜੀ, ਤੇ ਕਾਂਗਰਸ ਵੀ ਨਵੇਂ ਮਾਡਲ, ਕਾਂਗਰਸ ਵਿੱਚ ਤਾਂ 2 ਮਾਡਲ ਆ ਰਹੇ ਆ, ਚੰਨੀ ਆਪਣਾ ਮਾਡਲ ਲੈ ਕੇ ਆ ਰਿਹਾ, ਸਿੱਧੂ ਆਪਣਾ ਮਾਡਲ ਲੈ ਕੇ ਆ ਰਿਹਾ। ਤੇ ਤੁਹਾਨੂੰ ਬੀਜੇਪੀ ਵਿੱਚ ਕਿਹੜਾ ਮਾਡਲ ਵਧੀਆ ਲੱਗਿਆ, ਤੇ ਉਹਨਾਂ ਨਾਲੋਂ ਕੀ ਫਰਕ ਆ ਬਾਕੀ ਪਾਰਟੀਆਂ ਨਾਲੋਂ ਬੀਜੇਪੀ ਦੇ ਮਾਡਲ ਦੇ ਵਿੱਚ? ਬੀਜੇਪੀ ਦੀ ਮਾਡਲ ਵਿੱਚ ਜੀ ਦੇਖੋ, ਜੋ ਜ਼ਮੀਨੀ ਪੱਧਰ 'ਤੇ ਜਿਵੇਂ ਪਹਿਲਾਂ ਕਿਹਾ, ਜੋ ਇੱਥੇ ਕਾਰਖਾਨੇ ਲੱਗੇ ਨੇ, ਉਹਦੇ ਨਾਲ ਜੌਬ ਕ੍ਰੀਏਸ਼ਨ ਹੁੰਦੀ ਹੈ ਜੀ। ਜਿਹੜੇ ਇੱਥੇ ਆਪਣੇ ਬੈਠੇ ਨੇਗੇ ਨੌਜਵਾਨ ਜਾਂ ਭਾਵੇਂ ਮਜ਼ਦੂਰ ਹੋਣ, ਜਿਨ੍ਹਾਂ ਕੋਲੇ ਕੋਈ ਜੌਬਸ ਨਹੀਂ ਹੈਗੀਆਂ, ਉਹ ਉੱਥੇ ਲੱਗ ਸਕਦੇ ਨੇਗੇ। ਬੇਸਿਕ ਰੀਜ਼ਨ ਜਿੱਥੇ ਮੈਂ ਸਮਝਦਾਗਾ ਕਿ ਐਜੂਕੇਸ਼ਨ ਦਾ ਹੈ ਜੀ। ਇਹ ਪਾਰਟੀਆਂ ਨੇ, ਜਿਹੜੀ ਮਰਜ਼ੀ ਪਾਰਟੀ ਤੁਸੀਂ ਲੈ ਲਓ, ਪੰਜਾਬ ਦਾ ਐਜੂਕੇਸ਼ਨ ਦਾ ਲੈਵਲ ਉੱਪਰ ਕਰਨ ਵਾਸਤੇ ਇਹਨਾਂ ਨੇ ਕੁਝ ਨਹੀਂ ਕੀਤਾ ਗਾ। ਸੋ ਇੱਕ ਐਜੂਕੇਸ਼ਨ ਦਾ ਲੈਵਲ, ਐਜੂਕੇਸ਼ਨ ਨਾਲ ਪੜ੍ਹ ਕੇ ਮੈਂ ਤਾਂ ਮੰਗ ਰੱਖੀ ਸੀਗੀ ਪਹਿਲਾਂ ਵੀ ਇੱਥੇ ਕੋਈ ਕੈਮੀਕਲ ਇੰਜੀਨੀਅਰਿੰਗ ਦਾ ਕਾਲਜ ਖੋਲ੍ਹਿਆ ਜਾਵੇ ਤਲਵੰਡੀ ਸਾਬੋ, ਕਿਉਂਕਿ ਉਹ ਰਿਫਾਇਨਰੀ ਲੱਗੀ ਹੋਈ ਹੈਗੀ ਇੱਥੇ, ਕਿ ਉੱਥੇ ਪੜ੍ਹ ਕੇ ਕੋਈ ਬੱਚੇ ਸਾਡੇ ਰਿਫਾਇਨਰੀ 'ਚ ਲੱਗ ਸਕਣ, ਕੋਈ ਸਕਿੱਲ ਡਿਵੈਲਪਮੈਂਟ ਸੈਂਟਰ ਇੱਥੇ ਖੋਲ੍ਹੇ ਜਾ ਸਕਣ। ਤੇ ਜਿਹੜਾ 20% ਕੋਟਾ ਰੱਖਦੇ ਹੁੰਦੇ ਨੇਗੇ ਜਿੱਥੇ ਵੀ ਵੱਡੇ ਪ੍ਰੋਜੈਕਟ ਲੱਗਦੇ ਨੇਗੇ, ਉਹ ਰੱਖਣਾ ਚਾਹੀਦਾ ਹੈਗਾ ਫॉर द ਲੋਕਲ ਯੂਥ ਵਾਸਤੇ। ਤੇ ਮੈਂ ਇੱਕ ਵਾਰੀ ਫਿਰ ਦੁਬਾਰਾ ਪਿੱਛੇ ਨੂੰ ਜਾਣਾ ਚਾਹੂੰਗਾ, ਕਾਲੇ ਕਾਨੂੰਨਾਂ ਦੇ ਬਾਰੇ, ਖੇਤੀ ਕਾਨੂੰਨਾਂ ਬਾਰੇ। ਤਾਂ ਲੱਗਦਾ ਨਹੀਂ ਬੀਜੇਪੀ ਨੇ ਕਾਫੀ ਲੰਬਾ ਸਮਾਂ ਲਗਾ ਦਿੱਤਾ, ਕਾਫੀ ਕਿਸਾਨ ਵੀ ਜਿਹੜੇ ਨਿਰਾਸ਼ ਹੋਏ ਨੇ, 700 ਕਿਸਾਨ ਜਿਹੜੇ ਉੱਥੇ ਸ਼ਹੀਦ ਹੋ ਗਏ ਸੀਗੇ, ਹੈ ਨਾ, ਲੰਬਾ ਉੱਥੇ ਸੰਘਰਸ਼ ਲੜਿਆ। ਆਈ ਥਿੰਕ ਤੁਸੀਂ ਵੀ ਉੱਥੇ ਜਾ ਕੇ ਆਏ ਹੋਗੇ, ਕਿਉਂਕਿ ਸਾਡਾ ਤਾਂ ਪੂਰਾ ਪੰਜਾਬ ਹੀ ਉੱਥੇ ਨਾ ਪਹੁੰਚਿਆ ਹੋਇਆ ਸੀਗਾ। ਲੱਗਦਾ ਨਹੀਂ ਕਾਫੀ ਲੰਬਾ ਸਮਾਂ ਲਾਤਾ, ਆਉਣ ਵਾਲੇ ਸਮੇਂ ਵਿੱਚ ਇਸ ਤਰ੍ਹਾਂ ਦੇ ਕਾਨੂੰਨ, ਜੇ ਅਗਰ ਬੀਜੇਪੀ ਆ ਜਾਂਦੀ ਹੈ ਸੈਂਟਰ 'ਚ, ਦੁਬਾਰਾ ਸਟੇਟ 'ਚ ਆ ਜਾਂਦੀ ਹੈ, ਤਾਂ ਫਿਰ ਦੁਬਾਰਾ ਇਸ ਤਰ੍ਹਾਂ ਦੇ ਕਾਨੂੰਨ ਥੋਪ ਸਕਦੀ ਹੈ ਲੋਕਾਂ 'ਤੇ? ਬਿਲਕੁਲ ਨਹੀਂ ਥੋਪੋਗੇ ਜੀ। ਦੇਖੋ, ਕਾਨੂੰਨ ਲਾਗੂ ਕੀਤੇ ਗਏ ਸੀਗੇ ਇੱਕ ਆਰਡੀਨੈਂਸ ਦੇ ਥਰੂ। ਜਦੋਂ ਆਰਡੀਨੈਂਸ ਸਾਈਨ ਹੋਈ, ਉੱਥੇ ਕਿਹਨੇ ਸਾਈਨ ਕੀਤਾ ਜੀ? ਬੀਬਾ ਹਰਸਿਮਰਤ ਕੌਰ ਬਾਦਲ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਸਾਈਨ ਕੀਤਾ, ਜਿਹੜੇ 2 MP ਸੀਗੇ ਪੰਜਾਬ ਦੇ। ਅਕਾਲੀ ਦਲ ਦੇ ਮੁਖੀ ਪਰਿਵਾਰ 'ਚੋਂ ਇਹ ਮੈਂਬਰ ਨੇਗੇ। 3 ਮਹੀਨੇ ਇਹਨਾਂ ਨੇ ਪੂਰਾ ਜ਼ੋਰ ਲਾਇਆ ਪੰਜਾਬ ਦੇ ਆਵਾਮ ਨੂੰ ਦੱਸਣ ਵਾਸਤੇ ਕਿ ਬਿੱਲ ਚੰਗੇ ਨੇ, ਬਿੱਲ ਚੰਗੇ ਨੇ, ਬਿੱਲ ਚੰਗੇ ਨੇ। ਇੱਥੋਂ ਤੱਕ ਕਿ ਵੱਡੇਵਾਲ ਸਾਹਿਬ ਨੇ ਵੀ ਇਹ ਕਿਹਾ ਸੀਗਾ ਵੀ ਬਿੱਲ ਚੰਗੇ ਨੇ, ਦੂਜੀਆਂ ਪਾਰਟੀਆਂ, ਪੋਲੀਟੀਕਲ ਪਾਰਟੀਆਂ ਗੁੰਮਰਾਹ ਕਰ ਰਹੇ ਨੇ ਪੰਜਾਬ ਦੇ ਲੋਕਾਂ ਨੂੰ। ਚਲੋ ਉਹ ਅੱਡ ਗੱਲ, ਲੋਕਾਂ ਨੂੰ ਉਹ ਬਿੱਲ ਪਸੰਦ ਨਹੀਂ ਆਏ। ਟਾਈਮ ਜ਼ਰੂਰ ਲੱਗਿਆ। ਉਹ ਇਕੱਲੇ ਪੰਜਾਬ ਵਾਸਤੇ ਤਾਂ ਬਿੱਲ ਬਣੇ ਨਹੀਂ ਸੀਗੇ, ਸਾਰੇ ਹਿੰਦੁਸਤਾਨ ਵਾਸਤੇ ਬਿੱਲ ਬਣੇ ਸੀਗੇ, ਪਰ ਪੰਜਾਬ ਨੇ ਪਹਿਲ ਕੀਤੀ। ਆਪਾਂ ਉੱਥੇ ਮੋਰਚੇ ਲਾਏ, 5 ਲੱਖ ਬੰਦਾ ਉੱਥੇ ਗਿਆ। ਮੈਂ ਤੁਹਾਨੂੰ ਹੁਣ ਦੱਸਣਾ ਚਾਹੁੰਦਾ ਕਿ ਤਲਵੰਡੀ ਸਾਬੋ ਹਲਕੇ ਤੋਂ ਕਿਸਾਨ ਯੂਨੀਅਨ ਦੇ ਜਦੋਂ ਵੀ ਕੋਈ ਸੱਦਾ ਦਿੱਤਾ ਗਿਆ, 3 ਵਾਰੀ ਇੱਥੇ ਧਰਨੇ ਦਿੱਤੇ ਗਏ ਸਾਡੇ ਤਲਵੰਡੀ ਸਾਬੋ 'ਚ। ਮੈਂ ਉਹ 3 ਧਰਨਿਆਂ 'ਚ ਹਾਜ਼ਰ ਸੀਗਾ। ਦਿੱਲੀ ਮੈਂ 6 ਵਾਰੀ ਜਾ ਕੇ ਆਇਆਗਾ। ਮੁਕੰਮਲ ਤੌਰ 'ਤੇ ਮੈਂ ਕਿਸਾਨਾਂ ਦੇ ਨਾਲ ਖੜਿਆ ਸੀਗਾ ਜਦੋਂ ਮੋਰਚਾ ਚੱਲ ਰਿਹਾ ਸੀਗਾ। ਇੱਕ ਵਾਰੀ ਜਦੋਂ ਮੋਰਚਾ ਫਤਿਹ ਹੋ ਗਿਆ, ਪ੍ਰਧਾਨ ਮੰਤਰੀ ਸਾਹਿਬ ਨੇ ਮਾਫੀ ਮੰਗੀ, ਕਾਨੂੰਨ ਵਾਪਸ ਲਏ,
ਕਿਸਾਨ ਯੂਨੀਅਨ ਵਾਲਿਆਂ ਨੇ ਸਮਝੌਤਾ ਕੀਤਾ ਤੇ ਆਪਣਾ ਟਰੈਕਟਰ ਟਰਾਲੀਆਂ ਵਾਪਸ ਪੰਜਾਬ ਲੈ ਕੇ ਆਏ। ਉਦੋਂ ਬਾਅਦ ਮੈਂ ਡਿਸੀਜਨ ਲਈ ਸੀਗੀ ਬੀਜੇਪੀ ਜੁਆਇਨ ਕਰਨ ਦੀ। ਸੋ ਮੈਨੂੰ ਨਹੀਂ ਲੱਗਦਾ ਜੇ ਇੱਕ ਵਾਰੀ ਪ੍ਰਧਾਨ ਮੰਤਰੀ ਸਾਹਿਬ ਨੇ ਬਿੱਲ ਵਾਪਸ ਲੈ ਲਏ, ਮੈਨੂੰ ਨਹੀਂ ਲੱਗਦਾ ਇਹ ਦੁਬਾਰੇ ਲਾਗੂ ਕੀਤੇ ਜਾਣਗੇ, ਕਿਉਂਕਿ ਪ੍ਰਧਾਨ ਮੰਤਰੀ ਸਾਹਿਬ ਹਮੇਸ਼ਾ ਲੋਕਾਂ ਦੀ ਭਲਾਈ ਵਾਸਤੇ ਸੋਚਦੇ ਨੇ। ਕਿ ਉਹਨਾਂ ਨੇ ਇਹ ਵੀ ਕਿਹਾ ਸੀਗਾ ਵੀ ਮੈਂ ਤਾਂ ਭਲਾਈ ਵਾਸਤੇ ਕੀਤੇ ਸੀ, ਲੋਕਾਂ ਨੂੰ ਨਹੀਂ ਲੱਗਿਆ ਤੇ ਮੇਰੇ ਕਿਸੇ ਉਹਦੇ ਵਿੱਚ ਘਾਟ ਰਹਿ ਗਈ ਹੋਊਗੀ, ਮੇਰੇ ਸਮਝਾਉਣ ਦੇ ਵਿੱਚ ਜਾਂ ਕੰਮ ਕਰਨ ਦੇ ਤਰੀਕੇ ਦੇ ਵਿੱਚ ਘਾਟ ਰਹਿ ਗਈ ਹੋਊਗੀ। ਸੋ ਮੈਨੂੰ ਨਹੀਂ ਲੱਗਦਾ ਦੁਬਾਰੇ ਇਹ ਜੇ ਦੇਖੋ ਕਾਨੂੰਨ ਬਣਦੇ ਨੇਗੇ ਲੋਕਾਂ ਦੀ ਸਹਾਇਤਾ ਕਰਨ ਵਾਸਤੇ, ਲੋਕਾਂ ਦੇ ਫਾਇਦੇ ਵਾਸਤੇ, ਜੇ ਲੋਕ ਹੀ ਉਹਦੇ ਉਲਟ ਨੇ ਤਾਂ ਕਾਨੂੰਨ ਪਾਉਣ ਦੀ ਲੋੜ ਕੀ ਹੈ ਜੀ। ਤਲਵੰਡੀ ਦੇ ਲੋਕਾਂ ਲਈ ਕਿਸ ਤਰ੍ਹਾਂ ਤੁਸੀਂ ਮਾਡਲ ਲੈ ਕੇ ਆ ਰਹੇ ਹੋ? ਜੇ ਗੱਲ ਕਰਕੇ ਖਾਸ ਤਲਵੰਡੀ ਦੀ ਆਪਾਂ ਗੱਲ ਕਰ ਲਈਏ, ਤਲਵੰਡੀ ਹਲਕੇ ਦੀ, ਤਾਂ ਸਭ ਤੋਂ ਪਹਿਲਾਂ ਕਿਹੜੇ ਕੰਮ ਕਰਾਏ ਜਾਊਗੇ ਤੇ ਕਿਹੜੀਆਂ ਕਮੀਆਂ ਤੁਹਾਨੂੰ ਤਲਵੰਡੀ ਹਲਕੇ ਦੇ ਵਿੱਚ ਲੱਗਦੀਆਂ ਜੀ? ਦੇਖੋ ਕਮੀਆਂ ਹੀ ਕਮੀਆਂ ਨੇ ਜੀ। ਮੇਨ ਇਸ਼ੂ ਤਲਵੰਡੀ ਸਾਬੋ ਦਾ, ਸਾਰੇ ਪੰਜਾਬ ਦਾ ਮੈਂ ਸਮਝਦਾ ਬੇਰੁਜ਼ਗਾਰੀ ਹੈ, ਜਿੱਥੋਂ ਬਾਕੀ ਦੇ ਸਾਰੇ ਜੋ ਮੁੱਦੇ ਨੇਗੇ ਉਹਦੇ ਨਾਲ ਰਿਲੇਟਡ ਨੇਗੇ ਬੇਰੁਜ਼ਗਾਰੀ ਦੇ ਨਾਲ। ਸੋ ਮੈਂ ਤਾਂ ਮੰਗ ਇਹੀ ਰੱਖੂੰਗਾ, ਕਿਉਂਕਿ ਇੱਥੇ 2-3 ਵੱਡੇ ਕਾਰਖਾਨੇ ਲੱਗੇ ਹੋਏ ਨੇ, ਮੈਂ ਤਾਂ ਮੰਗ ਇਹੀ ਰੱਖੂੰਗਾ ਕਿ ਤਲਵੰਡੀ ਸਾਬੋ ਨੂੰ ਇੱਕ ਲਾਈਕ ਸਪੈਸ਼ਲ ਇਕਨੋਮਿਕ ਜ਼ੋਨ ਵਾਂਗੂ ਉਹ ਬਣਾਇਆ ਜਾਵੇ, ਉੱਭਰ ਕੇ ਕੀਤਾ ਜਾਵੇ, ਤਾਂ ਕਿ ਇੱਥੇ ਆਪਾਂ ਹੋਰ ਕੋਈ ਕਾਰਖਾਨੇ ਜਿਹੜੇ ਇਹਨਾਂ ਦੇ ਡਾਊਨਸਟਰੀਮ ਯੂਨਿਟਸ ਨੇਗੇ ਆਪਣੇ ਰਿਫਾਈਨਰੀ ਦੇ, ਉਹ ਹੋਰ ਲੱਗਣ ਇੱਥੇ, ਤੇ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਮਜ਼ਦੂਰੀ ਮਿਲੇ ਜੀ, ਇੱਥੇ ਨੌਕਰੀਆਂ ਮਿਲਣ ਇੱਥੇ। ਤੇ ਪਹਿਲਾ ਮੁੱਦਾ ਇਹ ਹੈ ਜੀ। ਦੂਸਰਾ ਮੁੱਦਾ ਹੈਗਾ ਨਸ਼ੇ ਦਾ, ਜਿਹੜਾ ਰਿਲੇਟਡ ਹੈਗਾ ਇਹਦੇ ਨਾਲ। ਇੱਕ ਵਾਰੀ ਨੌਕਰੀਆਂ ਮਿਲਣ ਲੱਗ ਗਈਆਂ, ਨਸ਼ੇ ਆਪਣੇ ਆਪ ਘਟ ਜਾਣਗੇ। ਨਾਲੇ ਜਿਹੜੇ ਨਸ਼ੇ ਦੀ ਤਸਕਰੀ ਹੈਗੀ ਉਹ ਜੇ ਆਪਣੇ ਹੱਥ ਸੈਂਟਰ ਸਰਕਾਰ ਦੇ ਵਿੱਚ ਪੈਂਦੇ ਨੇਗੇ, ਤੇ ਇੱਥੇ ਜਿਹੜੇ ਆਫਿਸਰਸ ਨੇਗੇ ਪੁਲਿਸ ਦੇ, ਉਹ ਆਪਾਂ ਮਤਲਬ ਉਹਨਾਂ ਤੇ ਪ੍ਰੈਸ਼ਰ ਪਾ ਕੇ ਤੇ ਉਹਨਾਂ ਤੋਂ ਇਹ ਸਟੈਪਸ ਚੁਕਾਵਾਂਗੇ, ਜਿਹਦੇ ਨਾਲ ਜਿਹੜੇ NDPS ਐਕਟ ਹੈਗਾ ਉਹ ਜ਼ਿਆਦਾ ਸਖਤੀ ਨਾਲ ਲਾਗੂ ਕੀਤਾ ਜਾਵੇ ਨਸ਼ੇ ਤਸਕਰਾਂ ਤੇ। ਤੀਸਰਾ ਪੁਆਇੰਟ ਇਹ ਹੈ, ਸੌਰੀ ਮੈਂ ਤੁਹਾਨੂੰ ਦੱਸਦਾ, ਸਾਡੇ ਹਲਕੇ ਵਿੱਚ ਪਾਣੀ ਦਾ ਬਹੁਤ ਵੱਡੀ ਪ੍ਰੋਬਲਮ ਹੈਗੀ, ਚਾਹੇ ਉਹ ਪੀਣ ਦਾ ਪਾਣੀ ਹੋਵੇ ਤੇ ਜਾਂ ਚਾਹੇ ਉਹ ਖੇਤੀਬਾੜੀ ਵਾਸਤੇ ਪਾਣੀ ਹੋਵੇ। ਸੋ ਇਹਦਾ ਕੋਈ ਹੱਲ ਕੱਢਣ ਵਾਸਤੇ ਬੈਠਾਂਗੇ, ਕੋਈ ਬ੍ਰੇਨਸਟੋਰਮਿੰਗ ਕਰਾਂਗੇ ਤੇ ਹੱਲ ਕੱਢਾਂਗੇ ਜੀ। ਤੇ ਵੀਰ ਮੇਰਾ ਇੱਕ ਸਵਾਲ ਹੋਰ ਹੈ ਜੀ ਕਿ ਪਾਰਟੀਆਂ ਦੀ ਅਦਲਾ ਬਦਲੀ ਲੈ ਕੇ, ਕਿਉਂਕਿ ਪੂਰੇ ਪੰਜਾਬ ਵਿੱਚ ਫੇਰ ਬਦਲ ਜਾਰੀ ਹੈ ਜੀ, ਕੋਈ ਪਾਰਟੀ ਛੱਡ ਕੇ ਕਿਸੇ ਪਾਰਟੀ ਜਾ ਰਿਹਾ, ਕੋਈ ਪਾਰਟੀ ਛੱਡ ਕੇ ਕਿਸੇ ਪਾਰਟੀ ਜਾ ਰਿਹਾ। ਜਦੋਂ ਕੋਈ ਪਾਰਟੀ ਛੱਡ ਕੇ ਜਾਂਦਾ ਜਿਸ ਪਾਰਟੀ ਵਿੱਚ ਕਾਫੀ ਲੰਬਾ ਸਮਾਂ ਬਿਤਾਇਆ ਹੁੰਦਾ, ਤਾਂ ਉਹਦੇ ਬਾਰੇ ਕੁਝ ਇਸ ਤਰ੍ਹਾਂ ਦੀਆਂ ਗੱਲਾਂ ਫਿਰ ਸਾਹਮਣੇ ਆਉਂਦੀਆਂ ਕਿ ਹਾਂਜੀ ਉਹ ਪਾਰਟੀ ਇਸ ਕਰਕੇ ਮਾੜੀ ਲੱਗੀ, ਜਦੋਂ ਵਿੱਚ ਇਹ ਕਮੀਆਂ ਲੱਗੀਆਂ ਇਸ ਕਰਕੇ ਛੱਡੀ। ਅਗਰ ਕੱਲ੍ਹ ਨੂੰ BJP ਵਿੱਚ ਤੁਹਾਨੂੰ ਕੋਈ ਕਮੀ ਲੱਗੀ ਤਾਂ BJP ਨੂੰ ਵੀ ਛੱਡੂਗੇ ਜੀ? ਦੇਖੋ ਜੀ, ਮੈਂ ਕਿਸੇ ਪਾਰਟੀ ਨੂੰ ਛੱਡ ਕੇ ਕਿਸੇ ਦੂਜੀ ਪਾਰਟੀ 'ਚ ਨਹੀਂ ਗਿਆ। BJP ਤੇ ਅਕਾਲੀ ਦਲ ਦੀ ਸਾਂਝ ਸੀਗੀ ਪਿਛਲੇ 20-25 ਸਾਲਾਂ ਦੀ, ਪਿਛਲੇ ਪੰਜਾਬ ਵਿੱਚ ਇਹਨਾਂ ਦੀ ਸਾਂਝ ਸੀਗੀ। ਇੱਕ ਪਾਰਟੀ ਦੇ ਮਤਲਬ ਇੱਕ ਪਾਰਟੀ ਵਾਂਗੂ ਹੀ ਸੀਗੇ ਇਹ। ਮੈਂ ਤਾਂ ਉਹਨਾਂ ਦੇ ਵਿੱਚ ਹੀ ਹਾਂ ਜੀ। ਤੇ ਮੈਂ ਤਾਂ ਜੀ ਦੇਖੋ, ਜਿਹੜਾ ਪਾਰਟੀ ਸਮਾਜ ਵਾਸਤੇ ਕੁਝ ਕਰੂਗੀ ਆਪਾਂ ਤਾਂ ਉਹਨਾਂ ਨਾਲ ਖੜਾਂਗੇ। ਅੱਗੇ ਜਾ ਕੇ ਇਹ ਜੇ ਨਹੀਂ ਕੁਝ ਕਰਨਗੇ, ਮੈਨੂੰ ਨਹੀਂ ਲੱਗਦਾ ਵੀ ਇਹ ਨਹੀਂ ਕਰਨਗੇ, ਕਿਉਂਕਿ ਇਹਨਾਂ ਨੇ ਦੂਜੇ ਸੂਬਿਆਂ ਵਿੱਚ ਵੀ, ਹਰਿਆਣਾ ਨੂੰ ਦੇਖ ਲਓ, ਸਾਡੇ ਤਲਵੰਡੀ ਸਾਬੋ ਦੇ 3 ਸਾਈਡਾਂ ਤੇ ਹਰਿਆਣੇ ਦੀ ਸਟੇਟ ਆਉਂਦਾ ਗਾ। ਉੱਥੇ ਜੇ ਚਾਹੇ ਡਿਵੈਲਪਮੈਂਟ ਦਾ ਕੰਮ ਹੋਵੇ, ਚਾਹੇ ਪੈਨਸ਼ਨਾਂ ਦਾ ਹੋਵੇ, ਚਾਹੇ ਲੋਕ ਭਲਾਈ ਸਕੀਮਾਂ ਦਾ ਹੋਵੇ, ਉੱਥੇ ਬਹੁਤ ਵਧੀਆ, ਪੰਜਾਬ ਨਾਲੋਂ ਬਹੁਤ ਵਧੀਆ ਸਿਸਟਮ ਹੈਗਾ। ਇਹ ਪੰਜਾਬੀ ਲੋਕ ਵੀ ਕਹਿੰਦੇ ਨੇ, ਸਾਡੇ ਹਲਕੇ ਦੇ ਲੋਕ ਵੀ ਕਹਿੰਦੇ ਨੇ। ਜਿੱਥੇ ਤੱਕ BJP ਦਾ ਸਵਾਲ ਹੈ, ਮੈਨੂੰ ਨਹੀਂ ਲੱਗਦਾ ਵੀ ਇਹ ਐਂਟੀ ਕੋਈ ਪਬਲਿਕ ਜਾਂ ਐਂਟੀ ਪੂਅਰ ਦੇ ਕੁਝ ਕਰਨਗੇ। ਇਨਫੈਕਟ ਦੇ ਆਰ ਮੋਰ, ਇਹ ਜ਼ਿਆਦਾ ਪ੍ਰੋ ਪੂਅਰ ਨੇਗੇ। ਸੋ ਜੇ ਆਪਾਂ ਅਪਲਿਫਟਮੈਂਟ ਕਰ ਸਕਦੇ ਹੈਗੇ ਤਾਂ ਮੈਨੂੰ ਨਹੀਂ ਲੱਗਦਾ ਮੈਨੂੰ ਕਿਤੇ ਹੋਰ ਪਾਰਟੀ ਜਾਣ ਦੀ ਲੋੜ ਪਊਗੀ। ਇੱਥੇ ਹੀ ਰਵਾਂਗੇ, ਇੱਥੇ ਹੀ ਲੋਕਾਂ ਵਾਸਤੇ ਕੰਮ ਕਰਾਂਗੇ ਜੀ। ਤੇ ਪੰਜਾਬ ਵਿੱਚ ਕਿਹਦਾ ਕੰਪੀਟੀਸ਼ਨ ਤੁਸੀਂ ਹਾਰਡ ਦੇਖ ਰਹੇ ਹੋ ਪੰਜਾਬ ਦੇ ਵਿੱਚ? ਜੇ ਪੰਜਾਬ ਲੈਵਲ ਤੇ ਦੇਖੀਏ, ਜੇ ਆਮ ਆਦਮੀ ਪਾਰਟੀ ਨੇ CM ਦਾ ਚਿਹਰਾ ਭਗਵੰਤ ਮਾਨ ਨੂੰ ਖੜਾ ਕਰ ਦਿੱਤਾ ਹੈ ਜੀ, ਤਾਂ ਕਿਹਦਾ ਤੁਸੀਂ ਕੰਪੀਟੀਸ਼ਨ ਕਿਹਦੇ ਨਾਲ ਦੇਖ ਰਹੇ ਹੋ ਜੀ? ਦੇਖੋ, ਕੰਪੀਟੀਸ਼ਨ ਜਿਵੇਂ ਮੈਂ ਪਹਿਲਾਂ ਕਿਹਾ, ਚਾਹੇ ਉਹ MLA ਹੋਵੇ, ਚਾਹੇ CM ਲੈਵਲ ਦੀ ਗੱਲ ਹੋਵੇ, ਕੰਪੀਟੀਸ਼ਨ ਵਿੱਚ ਸਾਰੇ ਹੀ ਨੇ ਜੀ। ਇਸ ਟਾਈਮ ਕੋਈ ਇੱਕ ਪਾਰਟੀ ਹੱਥ ਖੜਾ ਕਰਕੇ ਇਹ ਨਹੀਂ ਕਹਿ ਸਕਦੇ ਵੀ ਸਾਡੀ ਹਵਾ ਹੈਗੀ। ਲੋਕਾਂ ਨੇ ਇਹ ਸਾਰੀਆਂ ਪਾਰਟੀਆਂ ਨੂੰ ਦੇਖਿਆ ਹੋਇਆ ਤੇ ਪੰਜਾਬ ਦੇ ਲੋਕ ਇਹ ਸਾਰੀਆਂ ਪਾਰਟੀਆਂ ਤੋਂ, ਭਾਵੇਂ ਉਹ ਭਗਵੰਤ ਮਾਨ ਸਾਹਿਬ ਹੋਣ, ਭਾਵੇਂ ਉਹ CM ਕੈਂਡੀਡੇਟ ਘੋਸ਼ਿਤ ਕੀਤੇ ਗਏ ਨੇਗੇ, ਪਰ ਜੋ ਪਿਛਲੀ ਵਾਰੀ ਉਹਨਾਂ ਦੀ ਹਵਾ ਸੀਗੀ, ਉਦੋਂ ਮੈਂ ਕਹਿੰਦਾ 25% ਵੀ ਨਹੀਂ ਹੈਗੀ। ਤੇ ਪਿਛਲੀ ਵਾਰੀ ਇੰਨੀ ਹਵਾ ਵਿੱਚ ਉਹਨਾਂ ਨੂੰ 22 ਸੀਟਾਂ ਮਿਲੀਆਂ ਨੇ, ਤੇ ਐਤਕੀ ਮੈਨੂੰ ਨਹੀਂ ਲੱਗਦਾ ਵੀ ਉਹ ਅੰਕੜਾ ਟੱਪ ਸਕਣਗੇ। ਉਹਨਾਂ ਦਾ ਦਾਅਵਾ ਹੈ ਜੀ 21 ਲੱਖ ਉਹਨਾਂ ਨੂੰ ਫੋਨ ਮੈਸੇਜ ਵਗੈਰਾ ਆ ਗਿਆ ਜੀ, ਭਗਵੰਤ ਮਾਨ CM ਦਾ ਚਿਹਰਾ, ਜੇ 21 ਲੱਖ ਉਹਨਾਂ ਨੂੰ ਮੈਸੇਜ ਆ ਗਿਆ, ਮਤਲਬ 21 ਲੱਖ ਵੋਟ ਤਾਂ ਪੱਕੀ ਆ ਉਹਨਾਂ ਦੇ ਦਾਅਵੇ। ਉਹਨਾਂ ਨੂੰ ਮੁਬਾਰਕ ਜੀ। ਇਹ ਤਾਂ ਦਾਅਵੇ ਤਾਂ ਲੋਕ ਬਹੁਤ ਪਾਰਟੀਆਂ, ਸਾਰੇ ਪਾਰਟੀਆਂ ਕਰਦੀਆਂ ਨੇਗੀਆਂ। ਕਚਹਿਰੀ ਲੋਕਾਂ ਦੇ ਕੋਰਟ ਵਿੱਚ ਹੈ ਤੇ ਇਹਨਾਂ ਨੇ ਆਪਦਾ ਫਤਵਾ ਦੇਣਾ 20 ਤਰੀਕ ਨੂੰ। ਆਪਾਂ ਉਦੋਂ ਬਾਅਦ ਬੈਠ ਕੇ ਫਿਰ ਗੱਲ ਕਰ ਸਕਦੇ ਹਾਂ ਜੀ। ਫਿਲਹਾਲ ਜੁੜੇ ਰਹਿਣ ਲਈ ਬਹੁਤ ਧੰਨਵਾਦ ਜੀ ਤੁਹਾਡਾ ਜੀ। ਸੋ ਇਹ ਸਾਡੇ ਨਾਲ ਵੀਰ ਜੁੜੇ ਹੋਏ ਸੀਗੇ
ਰਵੀਪ੍ਰੀਤ ਸਿੰਘ ਜੀ ਵੀਰ ਜੁੜੇ ਸੀ ਬੀਜੇਪੀ ਤੋਂ ਉਮੀਦਵਾਰ ਨੇ ਤਲਵੰਡੀ ਸਾਬੋ ਦੇ। ਤਾਂ ਕਾਫੀ ਹਾਰਡ ਜਿਹੜਾ ਕੰਪੀਟੀਸ਼ਨ ਹੈ ਦੇਖਣ ਨੂੰ ਇੱਥੇ ਮਿਲ ਸਕਦਾ। ਪਹਿਲਾਂ ਲੰਬਾ ਸਮਾਂ ਸਮਾਜ ਸੇਵਾ ਦੇ ਵਿੱਚ ਵੀ ਜਿਹੜਾ ਇਹਨਾਂ ਨੇ ਇੱਕ ਸੰਸਥਾ ਜਿਹੜੀ ਚਲਾਈ ਹੈਗੀ, ਤਾਂ ਹੁਣ ਕਿਸਾਨੀ ਅੰਦੋਲਨ ਵਿੱਚ ਵੀ ਵੱਡਾ ਲੰਬਾ ਸਮਾਂ ਜਿਹੜਾ ਸਾਥ ਦਿੱਤਾ ਤੇ ਹੁਣ ਬੀਜੇਪੀ ਵਿੱਚ ਜਾ ਚੁੱਕੇ ਨੇ। ਤਾਂ ਹੁਣ ਦੇਖਣ ਵਾਲਾ ਹੋਵੇਗਾ ਕਿ ਇਹ ਕੰਪੀਟੀਸ਼ਨ ਦੇ ਬਾਅਦ ਜਿਹੜਾ ਵੋਟਾਂ ਪੈਣੀਆਂ ਉਹਦੇ ਵਿੱਚ ਲੋਕ ਜਿਹੜੇ ਆ ਉਹ ਕਿਸ ਨੂੰ ਪਸੰਦ ਕਰਦੇ। ਲੋਕ ਕੰਮਾਂ ਨੂੰ ਪਸੰਦ ਕਰਦੇ, ਪਾਰਟੀ ਨੂੰ ਪਸੰਦ ਕਰਦੇ ਆ, ਜਾਂ ਫਿਰ ਹੋਰ ਕੋਈ ਚੀਜ਼ ਜਿਹੜੀ ਆ ਨਿਕਲ ਕੇ ਸਾਹਮਣੇ ਆਉਂਦੀ। ਸੋ ਕੈਮਰਾਮੈਨ ਜਸਵੀਰ ਦੇ ਨਾਲ ਅਮਨਦੀਪ ਸਿੰਘੜੀ, ਸਿੱਖ ਚੈਨਲ UK।